ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਟਰੂਡੋ ਖੁਦ ਨਹੀਂ ਲਗਾਉਣਗੇ ਛੇਤੀ ਕੋਵਿਡ-19 ਟੀਕਾ, ਖੁਦ ਦੱਸੀ ਇਸ ਦੀ ਵਜ੍ਹਾ। ਹੈਮਿਲਟਨ ਦੇ ਵਿੱਚ ਲੱਗ ਸਕਦੀ ਹੈ ਤਾਲਾਬੰਦੀ, ਮੇਅਰ ਨੇ ਦਿੱਤਾ ਤਾਲਾਬੰਦੀ ਦਾ ਇਸ਼ਾਰਾ। ਜਾਂ ਬੱਚੇ ਆਏ ਕੋਵਿਡ ਪੋਜ਼ਿਟਿਵ, ਸੈਂਟਾ ਦੇ ਸੰਪਰਕ ਦੇ ਵਿੱਚ ਸਮਾਗਮ ਤੋਂ ਬਾਅਦ ਸੈਂਟਾ ਦੀ ਰਿਪੋਰਟ ਆਈ ਪੋਜ਼ਿਟਿਵ। ਓਨਟਾਰੀਓ ਦੇ ਵਿੱਚ ਕੱਢਿਆ ਗਿਆ ਨਵਾਂ ਡਰਾਅ, ਇਸ ਤਹਿਤ 668 ਨੂੰ ਦਿੱਤਾ ਗਿਆ ਸੱਦਾ। ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ, ਦੱਸਾਂਗੇ ਕਿੱਥੋਂ ਆਏ ਕਿੰਨੇ ਕੋਵਿਡ-19 ਦੇ ਮਾਮਲੇ ਸਾਹਮਣੇ। ਨੋਵਾ ਸਕੋਟੀਆ ਦੇ ਵਿੱਚ ਲੱਗਿਆ ਪਹਿਲਾ ਟੀਕਾ, ਕੈਨੇਡਾ ਦੇ ਵਿੱਚ ਕਈ ਜਗ੍ਹਾ ਅੱਜ ਲੱਗਣਗੇ ਕਰੋਨਾ ਟੀਕੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਛੇਤੀ ਟੀਕਾ ਨਹੀਂ ਲਗਾਉਣਗੇ ਤੇ ਇਸ ਦੀ ਵਜ੍ਹਾ ਉਹਨਾਂ ਨੇ ਖੁਦ ਸਾਂਝੀ ਕੀਤੀ ਹੈ। ਦਰਅਸਲ ਕੈਨੇਡਾ ਨੂੰ ਆਪਣੀ ਵੈਕਸੀਨੇਸ਼ਨ ਦਾ ਪਹਿਲਾ ਬੈਚ ਮਿਲ ਗਿਆ ਹੈ, ਜੋ ਕਿ ਪਹਿਲਾਂ ਫਰੰਟਲਾਈਨ ਵਰਕਰਸ ਨੂੰ ਯਾਨੀ ਕਿ ਹੈਲਥ ਵਰਕਰਸ ਨੂੰ ਲਗਾਇਆ ਜਾਵੇਗਾ। ਉਸ ਤੋਂ ਬਾਅਦ ਹੌਲੀ-ਹੌਲੀ ਉਹਨਾਂ ਲੋਕਾਂ ਨੂੰ ਲਗਾਇਆ ਜਾਏਗਾ ਜਿਨ੍ਹਾਂ ਨੂੰ ਲਗਾਉਣਾ ਬੇहद ਜ਼ਰੂਰੀ ਹੈ। ਉਸ ਤੋਂ ਬਾਅਦ ਆਮ ਨਾਗਰਿਕਾਂ ਨੂੰ ਲਗਾਇਆ ਜਾਏਗਾ। ਟਰੂਡੋ ਨੇ ਕਿਹਾ ਹੈ ਕਿ ਪਹਿਲ ਦੇ ਆਧਾਰ ਦੇ ਉੱਪਰ ਉਹਨਾਂ ਨੂੰ ਹੀ ਇਹ ਵੈਕਸੀਨ ਦਿੱਤਾ ਜਾਵੇ ਜਿਨ੍ਹਾਂ ਨੂੰ ਇਸ ਸਮੇਂ ਇਸ ਦੀ ਸਭ ਤੋਂ ਜ਼ਿਆਦਾ ਖਾਸ ਜ਼ਰੂਰਤ ਹੈ। ਕੈਨੇਡਾ ਤੋਂ ਚੰਗੀ ਖਬਰ ਆਈ ਹੈ ਕਿ ਜਲਦ ਹੀ ਦੂਸਰਾ ਟੀਕਾ ਵੀ ਇੱਥੇ ਕੈਨੇਡੀਅਨਸ ਨੂੰ ਮਿਲ ਜਾਵੇਗਾ। ਪਰ ਅਜਿਹੇ ਦੇ ਵਿੱਚ ਇੱਕ ਖਬਰ ਦੀ ਜਾਣਕਾਰੀ ਤੁਹਾਨੂੰ ਹੋਰ ਦਿੰਦੇ ਹਾਂ ਕਿ ਟਰੂਡੋ ਜਲਦ ਟੀਕਾ ਨਹੀਂ ਲਗਵਾਉਣਗੇ ਕਿਉਂਕਿ ਇਸ ਦੀ ਵਜ੍ਹਾ ਉਹਨਾਂ ਨੇ ਖੁਦ ਦੱਸੀ ਹੈ। ਕੈਨੇਡਾ, ਅਮਰੀਕਾ ਅਤੇ ਬ੍ਰਿਟੇਨ ਸਮੇਤ ਕਈ ਦੇਸ਼ਾਂ ਦੇ ਵਿੱਚ ਕੋਵਿਡ-19 ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਪਹਿਲਾਂ ਫਰੰਟਲਾਈਨ ਡਾਕਟਰਸ, ਬਜ਼ੁਰਗਾਂ ਨੂੰ ਵੈਕਸੀਨ ਯਾਨੀ ਕਿ ਟੀਕੇ ਲਗਾਏ ਜਾਣ ਦਾ ਪਲਾਨ ਹੈ। ਗੱਲ ਕਰੀਏ ਕੈਨੇਡਾ ਦੀ ਤਾਂ ਇੱਥੇ ਕੋਵਿਡ-19 ਵੈਕਸੀਨ ਦਾ ਪਹਿਲਾ ਬੈਚ ਆ ਚੁੱਕਾ ਹੈ। ਟਰੂਡੋ ਨੇ ਦੱਸਿਆ ਕਿ ਨਰਸਾਂ ਨੂੰ ਪਹਿਲੀ ਡੋਜ਼ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਟੀਕੇ ਨੂੰ ਲੈ ਕੇ ਬਹੁਤ ਖੁਸ਼ ਹਾਂ, ਪਰ ਕਰੋਨਾ ਵੈਕਸੀਨ ਲਗਵਾਉਣਾ ਪਹਿਲਾਂ ਵਧੇਰੇ ਜ਼ਰੂਰਤਮੰਦ ਲੋਕਾਂ ਦੇ ਲਈ ਜ਼ਰੂਰੀ ਹੈ। ਉਹਨਾਂ ਕਿਹਾ ਕਿ ਫਰੰਟਲਾਈਨ ਡਾਕਟਰਸ, ਸਟਾਫ ਅਤੇ ਹੋਰ ਲੋਕਾਂ ਨੂੰ ਪਹਿਲ ਦੇ ਆਧਾਰ ਦੇ ਉੱਪਰ ਟੀਕਾ ਲਗਾਇਆ ਜਾਵੇਗਾ ਅਤੇ ਦੂਜੇ ਨੰਬਰ ਦੇ ਉੱਪਰ ਆਮ ਸਿਹਤਮੰਦ ਨਾਗਰਿਕਾਂ ਨੂੰ ਇਹ ਵੈਕਸੀਨ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਜਿਨ੍ਹਾਂ ਨੂੰ ਇਸ ਵੈਕਸੀਨ ਦੀ ਵਧੇਰੇ ਜ਼ਰੂਰਤ ਹੈ, ਪਹਿਲਾਂ ਉਹਨਾਂ ਨੂੰ ਇਹ ਟੀਕਾ ਲਗਾਇਆ ਜਾਣਾ ਚਾਹੀਦਾ ਹੈ। ਦੱਸੀਏ ਕਿ ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ਦੇ ਵਿੱਚ ਬਜ਼ੁਰਗਾਂ ਅਤੇ ਨਰਸਿੰਗ ਹੋਮ ਸੈਂਟਰ 'ਚ ਕੰਮ ਕਰਨ ਵਾਲੀ ਨਰਸ ਨੂੰ ਪਹਿਲਾਂ ਕੋਵਿਡ-19 ਵੈਕਸੀਨ ਦਿੱਤਾ ਗਿਆ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਭਾਵੇਂ ਦੇਸ਼ ਦੇ ਵਿੱਚ ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਗਈ ਹੈ, ਪਰ ਫਿਰ ਵੀ ਲੋਕਾਂ ਨੂੰ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਹੈਲਥ ਕੈਨੇਡਾ ਵੱਲੋਂ ਕੋਵਿਡ-19 ਵੈਕਸੀਨ ਫਾਈਜ਼ਰ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਇਸ ਦਾ ਪਹਿਲਾ ਬੈਚ ਕੈਨੇਡਾ ਆਇਆ, ਜਿੱਥੇ ਵੱਖ-ਵੱਖ ਥਾਵਾਂ ਦੇ ਉੱਪਰ ਵੈਕਸੀਨੇਸ਼ਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਤੇ ਹੁਣ ਜਲਦ ਉਮੀਦ ਜਤਾਈ ਜਾ ਰਹੀ ਹੈ ਕਿ ਦਸੰਬਰ ਖਤਮ ਹੋਣ ਤੋਂ ਪਹਿਲਾਂ ਕੈਨੇਡਾ ਨੂੰ ਦੂਸਰਾ ਕੋਵਿਡ-19 ਵੈਕਸੀਨ ਮਿਲ ਜਾਵੇਗਾ। ਓਨਟਾਰੀਓ ਦੇ ਵਿੱਚ ਨਵਾਂ ਡਰਾਅ ਕੱਢਿਆ ਗਿਆ ਹੈ, ਜਿਸ ਦੇ ਤਹਿਤ 668 ਜਾਣਿਆਂ ਨੂੰ ਇਨਵਾਈਟ ਭੇਜੇ ਗਏ ਨੇ, ਜਾਨੀ ਕਿ ਕੈਂਡੀਡੇਟਸ ਨੂੰ ਸੱਦਾ ਦਿੱਤਾ ਗਿਆ ਹੈ। ਦੱਸ ਦਈਏ ਕਿ ਕੋਵਿਡ-19 ਦੇ ਚੱਲਦਿਆਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗੀਆਂ, ਰੈਸਟ੍ਰਿਕਸ਼ਨਸ ਲੱਗੀਆਂ, ਉਸ ਦਾ ਅਸਰ ਇਹਨਾਂ ਡਰਾਅ ਦੇ ਉੱਪਰ ਵੀ ਦੇਖਣ ਨੂੰ ਮਿਲ ਰਿਹਾ। ਪਰ ਗੱਲ ਕਰੀਏ ਜੇਕਰ ਇਸ ਸਾਲ ਦੇ ਡਰਾਅ ਦੀ ਤਾਂ ਜੋ ਜੂਨ ਦੇ ਵਿੱਚ ਡਰਾਅ ਕੱਢਿਆ ਗਿਆ ਸੀ, ਉਸ ਦੇ ਤਹਿਤ ਸਭ ਤੋਂ ਜ਼ਿਆਦਾ ਉਮੀਦਵਾਰਾਂ ਨੂੰ ਜਾਨੀ ਕੈਂਡੀਡੇਟਸ ਨੂੰ ਇਨਵਾਈਟ ਦਿੱਤੇ ਗਏ ਸਨ। ਓਨਟਾਰੀਓ ਦੇ ਵਿੱਚ ਨਵਾਂ ਡਰਾਅ ਕੱਢਿਆ ਗਿਆ। 15 ਦਸੰਬਰ ਨੂੰ ਨਵੇਂ ਟੈਕ ਡਰਾਅ ਦਾ ਐਲਾਨ ਕੀਤਾ ਗਿਆ। ਇਸ ਤਹਿਤ 668 ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੇ ਲਈ ਅਪਲਾਈ ਕਰਨ ਦਾ ਸੱਦਾ ਦਿੱਤਾ ਗਿਆ। ਓਨਟਾਰੀਓ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਉਹਨਾਂ ਕੈਂਡੀਡੇਟਸ ਨੂੰ NOI ਇਸ਼ੂ ਕਰਦਾ ਹੈ ਜੋ ਐਕਸਪ੍ਰੈਸ ਐਂਟਰੀ ਹਿਊਮਨ ਕੈਪੀਟਲ ਪ੍ਰਾਇਓਰਿਟੀਜ਼ ਦੇ ਲਈ ਕੁਆਲੀਫਾਈ ਕਰ ਸਕਣ। ਇਹਨਾਂ ਕੈਂਡੀਡੇਟਸ ਦੀ ਫੈਡਰਲ ਐਕਸਪ੍ਰੈਸ ਐਂਟਰੀ ਸਿਸਟਮ ਦੇ ਵਿੱਚ ਪ੍ਰੋਫਾਈਲ ਹੋਣੀ ਜ਼ਰੂਰੀ ਹੈ। ਟੈਕ ਡਰਾਅ ਦੇ ਤਹਿਤ 668 ਨੂੰ NOI ਦਿੱਤੀ ਗਈ। ਇਸ ਵਾਸਤੇ 460 ਅਤੇ 468 ਕੰਪਰੀਹੈਂਸਿਵ ਰੈਂਕਿੰਗ ਸਕੋਰਸ ਦੀ ਜ਼ਰੂਰਤ ਸੀ। ਇਸ ਵਾਸਤੇ ਕੈਂਡੀਡੇਟਸ ਨੂੰ ਜੌਬ ਆਫਰ ਲਾਈਨਡ ਅਪ ਦੀ ਜ਼ਰੂਰਤ ਨਹੀਂ ਸੀ। ਉਹਨਾਂ ਕੋਲ ਘੱਟੋ-ਘੱਟ 1 ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ। ਇਹ ਤਜਰਬਾ ਕੰਪਿਊਟਰ ਐਂਡ ਇਨਫੋਰਮੇਸ਼ਨ ਸਿਸਟਮਸ ਮੈਨੇਜਰਸ, ਕੰਪਿਊਟਰ ਇੰਜੀਨੀਅਰਸ, database analyst and data administrators, software engineers and designers, computer program and interactive media developers, web designers and developers ਦੇ ਵਿੱਚ ਹੋਣਾ ਜ਼ਰੂਰੀ ਹੈ। ਇਸ ਦੌਰਾਨ ਜਿਨ੍ਹਾਂ ਨੂੰ ਇਨਵੀਟੇਸ਼ਨ ਦਿੱਤੇ ਗਏ ਨੇ, ਉਹਨਾਂ ਕੋਲ ਹੁਣ 45 ਦਿਨ ਨੇ ਆਪਣੀ ਐਪਲੀਕੇਸ਼ਨ ਜਮ੍ਹਾਂ ਕਰਵਾਉਣ ਵਾਸਤੇ। ਦੱਸ ਦਈਏ ਕਿ ਓਨਟਾਰੀਓ ਦਾ ਇਸ ਸਾਲ ਦਾ ਇਹ 5ਵਾਂ ਡਰਾਅ ਹੈ। ਜੁਲਾਈ 29 ਨੂੰ ਸਭ ਤੋਂ ਵੱਡਾ ਡਰਾਅ ਕੱਢਿਆ ਗਿਆ ਸੀ, ਜਿੱਥੇ 1288 ਨੂੰ ਸੱਦਾ ਦਿੱਤਾ ਗਿਆ ਸੀ। ਹੁਣ ਤੱਕ ਇਸ ਸਾਲ 9082 ਨੂੰ ਇਨਵਾਈਟ ਕੀਤਾ ਜਾ ਚੁੱਕਿਆ ਹੈ।
ਕੈਨੇਡਾ ਦੇ ਹੈਮਿਲਟਨ ਰੀਜਨ ਦੇ ਵਿੱਚ ਵੀ ਤਾਲਾਬੰਦੀ ਕੀਤੀ ਜਾ ਸਕਦੀ ਹੈ। ਇਸ ਦਾ ਇਸ਼ਾਰਾ ਜਿਹੜਾ ਹੈ ਉਹ ਮੇਅਰ ਵੱਲੋਂ ਦਿੱਤਾ ਗਿਆ। ਉਹਨਾਂ ਕਿਹਾ ਕਿ ਜੇਕਰ ਇੱਥੇ ਹਾਲਾਤਾਂ ਨੂੰ ਕਾਬੂ ਦੇ ਵਿੱਚ ਕਰਨਾ ਹੈ ਤਾਂ ਸਖਤ ਕਦਮ ਚੁੱਕਣੇ ਹੀ ਪੈਣਗੇ। ਦੱਸੀਏ ਕਿ ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਿਸ ਦੇ ਵਿੱਚ ਮੁੜ ਤੋਂ ਸਖਤੀਆਂ ਕੀਤੀਆਂ ਗਈਆਂ ਜੋ ਹਾਲਾਤ ਬਣੇ ਹੋਏ ਨੇ ਉਹਨਾਂ ਨੂੰ ਦੇਖਦਿਆਂ। ਹਾਲਾਂਕਿ ਜੋ ਕੈਨੇਡਾ ਨੂੰ ਆਪਣੀ ਵੈਕਸੀਨ ਜ਼ਰੂਰ ਮਿਲ ਗਈ ਹੈ, ਵੈਕਸੀਨੇਸ਼ਨ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ, ਪਰ ਅਜੇ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਇੱਥੇ ਲਗਾਤਾਰ ਜਿਹੜੇ ਕਰੋਨਾ ਦੇ ਮਾਮਲੇ ਨੇ ਉਹ ਸਾਹਮਣੇ ਆ ਰਹੇ ਨੇ। ਅਜਿਹੇ ਦੇ ਚੱਲਦਿਆਂ ਹੀ ਜੋ ਸਿਹਤ ਅਧਿਕਾਰੀਆਂ ਨਾਲ ਵੀ ਮੇਅਰ ਵੱਲੋਂ ਸਮੇਂ-ਸਮੇਂ ਦੇ ਉੱਪਰ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ। ਉਹਨਾਂ ਵੱਲੋਂ ਸਭ ਹਾਲਾਤਾਂ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਕਿ ਹੁਣ ਜਿਹੜੇ ਸ਼ਾਪਿੰਗ ਮਾਲਸ ਨੇ ਉਹਨਾਂ ਨੂੰ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਹੀ ਖੋਲ੍ਹਿਆ ਜਾਵੇਗਾ ਤਾਂ ਕਿ ਜੋ ਜ਼ਰੂਰਤ ਦੀਆਂ ਚੀਜ਼ਾਂ ਨੇ ਉਹ ਲੋਕ ਖਰੀਦ ਸਕਣ। ਤੇ ਉਹਨਾਂ ਵੱਲੋਂ ਇਹ ਇਸ਼ਾਰਾ ਦੇ ਦਿੱਤਾ ਗਿਆ ਹੈ ਕਿ ਇੱਥੇ ਲਾਕਡਾਊਨ ਤਾਲਾਬੰਦੀ ਕੀਤੀ ਜਾ ਸਕਦੀ ਹੈ। ਕੈਨੇਡਾ ਦੇ ਵਿੱਚ ਅਜੇ ਵੀ ਕੋਵਿਡ-19 ਦੀ ਸਥਿਤੀ ਦੇ ਉੱਪਰ ਕਾਬੂ ਪੈਂਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਆਏ ਦਿਨ ਲਗਾਤਾਰ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੇ ਦੇ ਵਿੱਚ ਹੈਮਿਲਟਨ ਦੇ ਮੇਅਰ ਨੇ ਇਹ ਇਸ਼ਾਰਾ ਦਿੱਤਾ ਹੈ ਕਿ ਇੱਥੇ ਪੱਕੀ ਤਾਲਾਬੰਦੀ ਯਾਨੀ ਕਿ ਲਾਕਡਾਊਨ ਲੱਗ ਸਕਦਾ ਹੈ। ਮੇਅਰ ਦਾ ਕਹਿਣਾ ਹੈ ਕਿ ਇੱਥੇ ਲਗਾਤਾਰ ਕਰੋਨਾ ਮਾਮਲੇ ਵਧਦੇ ਜਾ ਰਹੇ ਨੇ, ਜਿਸ ਨੂੰ ਦੇਖਦਿਆਂ ਇਹ ਗੱਲ ਕਹੀ ਜਾ ਰਹੀ ਹੈ ਕਿ ਹੋ ਸਕਦਾ ਹੈ ਕਿ ਇੱਥੇ ਤਾਲਾਬੰਦੀ ਲਗਾ ਦਿੱਤੀ ਜਾਵੇ। ਮੇਅਰ ਅਤੇ ਸਥਾਨਕ ਮੈਡੀਕਲ ਅਧਿਕਾਰੀ ਸਮੇਂ-ਸਮੇਂ ਦੇ ਉੱਪਰ ਕੋਵਿਡ-19 ਦੇ ਹਾਲਾਤਾਂ ਨੂੰ ਲੈ ਕੇ ਵਿਚਾਰ ਚਰਚਾ ਕਰਦੇ ਰਹਿੰਦੇ ਹਨ, ਜਿਸ ਦੇ ਚੱਲਦਿਆਂ ਹੀ ਉਹਨਾਂ ਵੱਲੋਂ ਇਹ ਫੈਸਲਾ ਲੈਣ ਦੀ ਗੱਲ ਕਹੀ ਜਾ ਰਹੀ ਹੈ। ਦੱਸੀਏ ਕਿ ਹੈਮਿਲਟਨ ਦੇ ਵਿੱਚ ਲਗਾਤਾਰ ਕੋਵਿਡ ਕੇਸਿਸ ਜ਼ਿਆਦਾ ਸਾਹਮਣੇ ਆ ਰਹੇ ਹਨ, ਜਿਸ ਦੇ ਚੱਲਦਿਆਂ ਇਹ ਸਿਹਤ ਮਾਹਿਰਾਂ ਵਾਸਤੇ ਅਤੇ ਮੇਅਰ ਵਾਸਤੇ ਵੀ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਨਾ ਕਿਹਾ ਹੈ ਕਿ ਜੇਕਰ ਇੱਥੇ ਕਰੋਨਾ ਦੀ ਸਥਿਤੀ ਨੂੰ ਕਾਬੂ ਦੇ ਵਿੱਚ ਕਰਨਾ ਹੈ ਤੇ ਸਖਤ ਕਦਮ ਚੁੱਕਣੇ ਹੀ ਪੈਣਗੇ। ਦੱਸਦੀਏ ਕਿ ਕੋਵਿਡ-19 ਦੇ ਹਾਲਾਤਾਂ ਦੇ ਚੱਲਦਿਆਂ ਕੈਨੇਡਾ ਦੇ ਕਈ ਪ੍ਰੋਵਿੰਸਿਸ ਦੇ ਵਿੱਚ ਮੁੜ ਤੋਂ ਸਖਤੀਆਂ ਕੀਤੀਆਂ ਗਈਆਂ ਹਨ। ਮੇਅਰ ਨੇ ਕਿਹਾ ਕਿ ਵਿੰਡਸਰ, ਐਸੈਕਸ ਅਤੇ ਯਾਰਕ ਦੇ ਵਿੱਚ ਅਜੇ ਤਾਲਾਬੰਦੀ ਹੈ, ਇਸ ਲਈ ਅਜੇ ਹੈਮਿਲਟਨ ਦੇ ਵਿੱਚ ਵੀ ਤਾਲਾਬੰਦੀ ਰੱਖਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਸ਼ਾਪਿੰਗ ਮਾਲ ਹਰ ਰੋਜ਼ ਸਵੇਰੇ 9 ਤੋਂ ਰਾਤ ਦੇ 9 ਵਜੇ ਤੱਕ ਖੁੱਲਣਗੇ ਤਾਂ ਕਿ ਲੋਕ ਜ਼ਰੂਰੀ ਸਮਾਨ ਖਰੀਦ ਸਕਣ ਅਤੇ ਸਮਾਜਿਕ ਦੂਰੀ, ਫਿਜ਼ੀਕਲ ਡਿਸਟੈਂਸਿੰਗ ਵੀ ਬਣਾਈ ਰੱਖਣ। ਅਮਰੀਕਾ ਦੇ ਵਿੱਚ ਵੀ ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਗਈ ਹੈ ਤੇ ਅਜਿਹੇ ਦੇ ਵਿੱਚ ਅਮਰੀਕਾ ਦੀਆਂ ਕੁਝ ਜੇਲ੍ਹਾਂ 'ਚ ਅੱਜ ਤੋਂ ਕਰੋਨਾ ਟੀਕੇ ਲਗਾਏ ਜਾਣਗੇ। ਇਹ ਕਿਹੜੀਆਂ ਜੇਲ੍ਹਾਂ ਨੇ ਉਹਨਾਂ ਦੇ ਨਾਮ ਅਜੇ ਸਾਹਮਣੇ ਨਹੀਂ ਆਏ। ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਲਗਾਉਣੇ ਜੋ ਇੱਥੇ ਜੋ ਕੈਦੀ ਨੇ ਜਾਂ ਫਿਰ ਜਿਹੜੇ ਕੰਮ ਕਰਨ ਵਾਲੇ ਨੇ ਬੇहद ਜ਼ਰੂਰੀ ਨੇ, ਕਿਉਂਕਿ ਉਹ ਵੀ ਵੱਖ-ਵੱਖ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਨੇ ਤੇ ਉਹਨਾਂ ਦੀ ਸੁਰੱਖਿਆ ਵਾਸਤੇ ਇਹ ਕੋਵਿਡ-19 ਵੈਕਸੀਨ ਇੱਥੇ ਲਗਾਏ ਜਾਣਗੇ। ਅਮਰੀਕਾ ਦੇ ਵਿੱਚ ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਅੱਜ ਅਮਰੀਕਾ ਦੇ ਜੇਲ੍ਹ ਕਰਮਚਾਰੀਆਂ ਨੂੰ ਟੀਕਾ ਲੱਗ ਸਕਦਾ ਹੈ। ਅਮਰੀਕਾ ਦੀ ਜੇਲ੍ਹ ਦੇ ਕੈਦੀ ਸੁਰੱਖਿਅਤ ਹੋਣਗੇ, ਇਸ ਦੇ ਲਈ ਇਹ ਕਦਮ ਚੁੱਕਿਆ ਗਿਆ ਹੈ। ਵੈਕਸੀਨੇਸ਼ਨ ਦੀ ਸ਼ੁਰੂਆਤ ਅਮਰੀਕਾ ਦੇ ਵਿੱਚ ਵੀ ਹੋ ਗਈ ਹੈ ਤੇ ਇਸੇ ਕੜੀ ਤਹਿਤ ਕੇਂਦਰੀ ਜੇਲ੍ਹਾਂ ਦੇ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਟੀਕੇ ਲਗਾਏ ਜਾ ਸਕਦੇ ਹਨ। ਇਸ ਸੰਬੰਧੀ ਅਧਿਕਾਰੀਆਂ ਦੇ ਅਨੁਸਾਰ ਜੇਲ੍ਹਾਂ ਦੇ ਕੁਝ ਕਰਮਚਾਰੀਆਂ ਨੂੰ ਕੋਵਿਡ-19 ਦੇ ਟੀਕੇ ਲਗਾਏ ਜਾਣ ਦੀ ਉਮੀਦ ਹੈ। ਫੈਡਰਲ ਬਿਊਰੋ ਆਫ ਪ੍ਰਿਜ਼ਨਰਸ ਦੇ ਇੱਕ ਸਪੀਕਰ ਨੇ ਜਾਣਕਾਰੀ ਦਿੱਤੀ ਹੈ, ਜਿਸ ਵਿੱਚ ਉਹਨਾਂ ਦੱਸਿਆ ਕਿ ਕੁਝ ਅਮਰੀਕੀ ਜੇਲ੍ਹਾਂ ਦਾ ਪੂਰਾ ਸਮਾਂ ਕੰਮ ਕਰਨ ਵਾਲੇ ਵਰਕਰਸ ਨੂੰ ਵੈਕਸੀਨੇਸ਼ਨ ਦੀ ਪੇਸ਼ਕਸ਼ ਕੀਤੀ ਜਾਵੇਗੀ ਤਾਂ ਕਿ ਇੱਥੇ ਕੰਮ ਕਰਨ ਵਾਲਿਆਂ ਨੂੰ, ਸਟਾਫ ਅਤੇ ਕੈਦੀਆਂ ਨੂੰ ਵਾਇਰਸ ਤੋਂ ਬਚਾਇਆ ਜਾ ਸਕੇ। BOP ਨੇ ਸ਼ੁਰੂ ਤੋਂ ਹੀ ਪੂਰੇ ਸਮੇਂ ਦੇ ਲਈ ਕਰਮਚਾਰੀਆਂ ਨੂੰ ਟੀਕਾ ਪੇਸ਼ ਕਰਨ ਦੀ ਯੋਜਨਾ ਜਾਣੀ ਕਿ ਪਲਾਨ ਬਣਾ ਲਿਆ ਹੈ, ਕਿਉਂਕਿ ਇਹ ਵਰਕਰਸ ਜੇਲ੍ਹਾਂ ਦੇ ਵਿੱਚ ਕਮਿਊਨਿਟੀ 'ਚ ਆਉਂਦੇ ਹਨ ਅਤੇ ਜਾਂਦੇ ਹਨ। ਅਜੇ ਸਪਸ਼ਟ ਨਹੀਂ ਹੈ ਕਿ ਕਿਹੜੀਆਂ ਫੈਡਰਲ ਜੇਲ੍ਹਾਂ ਨੂੰ ਪਹਿਲਾਂ ਟੀਕਾ ਲਗਾਇਆ ਜਾਵੇਗਾ। ਇਸ ਸੰਬੰਧੀ ਨਿਊਯਾਰਕ ਦੇ ਮੌਜੂਦਾ ਵੈਕਸੀਨੇਸ਼ਨ ਪ੍ਰੋਗਰਾਮ ਦੇ ਅਨੁਸਾਰ ਇਸ ਸੂਬੇ ਦੀਆਂ ਜੇਲ੍ਹਾਂ ਟੀਕਾਕਰਨ ਦੇ ਲਈ ਫੇਜ਼ 2 ਵਿੱਚ ਆਉਂਦੀਆਂ ਹਨ, ਜਦਕਿ ਫਰੰਟਲਾਈਨ ਹੈਲਥ ਕੇਅਰ ਵਰਕਰ, ਨਰਸਿੰਗ ਹੋਮ, ਪੁਲਿਸ ਅਤੇ ਹੋਰ ਜ਼ਰੂਰੀ ਕਰਮਚਾਰੀ ਪ੍ਰਾਇਓਰਿਟੀ ਦੇ ਵਿੱਚ ਹਨ। ਦੱਸੀਏ ਕਿ ਅਮਰੀਕਾ ਦੇ ਵਿੱਚ ਕੋਵਿਡ-19 ਦਾ ਸਭ ਤੋਂ ਜ਼ਿਆਦਾ ਪ੍ਰਭਾਵ ਹੈ। ਅਜਿਹੇ ਦੇ ਵਿੱਚ ਵੈਕਸੀਨੇਸ਼ਨ ਦੇ ਨਾਲ ਉਮੀਦ ਜਾਗੀ ਹੈ ਕਿ ਜਲਦ ਤੋਂ ਜਲਦ ਹਾਲਾਤਾਂ ਦੇ ਉੱਪਰ ਕਾਬੂ ਪਾ ਲਿਆ ਜਾਵੇਗਾ। ਅਮਰੀਕਾ ਦੇ ਹਵਾਈ ਅੱਡੇ ਦੇ ਉੱਪਰ ਇੱਕ ਹਾਦਸਾ ਵਾਪਰਿਆ ਹੈ, ਜਿਸ ਦੇ ਵਿੱਚ ਪੰਜਾਬੀ ਮੂਲ ਦੇ ਵਿਅਕਤੀ ਦੀ ਜਾਨ ਚਲੀ ਗਈ ਹੈ। ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਉਹਨਾਂ ਨੂੰ ਫੋਨ ਆਇਆ ਕਿ ਕਿਸੇ ਵਿਅਕਤੀ ਦੀ ਜੋ ਜਹਾਜ਼ ਦੇ ਇਕਵਿਪਮੈਂਟਸ ਦੇ ਥੱਲੇ ਆ ਕੇ ਜੋ ਗੰਭੀਰ ਸੱਟਾਂ ਲੱਗੀਆਂ ਨੇ, ਉਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ ਉਸ ਦੀ ਮੌਤ ਹੋ ਗਈ। ਜਾਣਕਾਰੀ ਮਿਲੀ ਹੈ ਕਿ ਇਸ ਦੀ ਇੱਕ ਪਤਨੀ ਵੀ ਹੈ ਜੋ ਕਿ ਕੁਝ ਮਹੀਨਿਆਂ ਦੀ ਪ੍ਰੈਗਨੈਂਟ ਹੈ। ਅਮਰੀਕੀ ਹਵਾਈ ਅੱਡੇ ਤੇ ਇੱਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਦੇ ਵਿੱਚ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਦੀ ਪਹਿਚਾਣ 35 ਸਾਲਾ ਜੀਜੋ ਯਾਰਜ ਦੇ ਵਜੋਂ ਹੋਈ ਹੈ। ਜੀ ਹਾਂ, ਅਮਰੀਕੀ ਸ਼ਹਿਰ ਸ਼ਿਕਾਗੋ ਦੇ ਇੰਟਰਨੈਸ਼ਨਲ 에ਅਰਪੋਰਟ ਦੇ ਉੱਪਰ ਵਾਪਰੇ ਹਾਦਸੇ ਦੇ ਵਿੱਚ ਜਹਾਜ਼ ਦੇ ਇਕਵਿਪਮੈਂਟਸ ਦੇ ਥੱਲੇ ਦੱਬ ਕੇ ਇੱਕ ਭਾਰਤੀ ਵਿਅਕਤੀ ਦੀ ਮੌਤ ਹੋ ਗਈ।
ਕਾਉਂਟੀ ਮੈਡੀਕਲ ਜਾਂਚ ਦਫ਼ਤਰ ਵੱਲੋਂ ਜਾਰੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਕ ਜੀਜੋ ਜਾਰਜ ਨੂੰ ਹਵਾਈ ਅੱਡੇ ਤੇ ਜਹਾਜ਼ਾਂ ਨੂੰ ਲਿਜਾਣ ਵਾਲੀ ਗੱਡੀ ਦੇ ਹੇਠਾਂ ਆਉਣ ਦੇ ਬਾਅਦ ਗੰਭੀਰ ਸੱਟਾਂ ਲੱਗੀਆਂ, ਜਿਸ ਦੇ ਬਾਅਦ ਉਸ ਦੀ ਮੌਤ ਹੋ ਗਈ। ਜਾਰਜ ਦੇ ਪਰਿਵਾਰ ਦੇ ਵਿੱਚ ਉਸ ਦੀ ਪਤਨੀ ਹੈ ਜੋ ਕਿ 8 ਮਹੀਨੇ ਦੀ ਪ੍ਰੈਗਨੈਂਟ ਹੈ। ਇਸ ਤੋਂ ਇਲਾਵਾ ਇੱਕ ਛੋਟਾ ਬੱਚਾ ਅਤੇ ਉਸ ਦੇ ਮਾਤਾ-ਪਿਤਾ ਹਨ। ਜਾਰਜ ਦੇ ਪਰਿਵਾਰ ਦੇ ਲਈ ਚੈਰਿਟੀ ਇਕੱਠੀ ਕਰਨ ਦੇ ਲਈ ਆਨਲਾਈਨ ਮੁਹਿੰਮ ਵੀ ਚਲਾਈ ਗਈ ਹੈ। ਮੀਡੀਆ ਦੇ ਵਿੱਚ ਆਈਆਂ ਖਬਰਾਂ ਦੇ ਮੁਤਾਬਕ ਜਾਰਜ ਦੇ ਮਾਤਾ ਅਤੇ ਪਿਤਾ ਦੋਨੋਂ ਸ਼ਿਕਾਗੋ ਦੇ ਵਿੱਚ ਰਹਿ ਰਹੇ ਹਨ। ਜਾਰਜ NY 에ਅਰਵੇ ਦੇ ਵਿੱਚ ਮਕੈਨਿਕ ਦੇ ਤੌਰ ਤੇ ਕੰਮ ਕਰਦਾ ਸੀ। ਹਵਾਈ ਅੱਡੇ ਦੇ ਨੇੜੇ ਇੱਕ ਇਮਾਰਤ ਦੇ ਵਿੱਚ ਕੰਮ ਕਰਦਿਆਂ ਉਸ ਦੀ ਮੌਤ ਹੋਈ। ਸ਼ਿਕਾਗੋ ਪੁਲਿਸ ਨੇ ਕਿਹਾ ਹੈ ਕਿ ਉਸ ਨੂੰ ਦੁਪਹਿਰ 2 ਵਜੇ ਹਵਾਈ ਅੱਡੇ ਤੋਂ ਫੋਨ ਆਇਆ ਅਤੇ ਘਟਨਾ ਦੀ ਜਾਣਕਾਰੀ ਮਿਲੀ, ਜਿਸ ਵਿੱਚ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਗੱਡੀ ਦੇ ਹੇਠਾਂ ਇੱਕ ਵਿਅਕਤੀ ਬੇਹੋਸ਼ੀ ਦੀ ਹਾਲਤ ਦੇ ਵਿੱਚ ਪਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਜਾਰਜ ਨੂੰ ਮੈਡੀਕਲ ਸੈਂਟਰ ਦੇ ਵਿੱਚ ਲਿਜਾਇਆ ਗਿਆ, ਪਰ ਉਸ ਦੀ ਮੌਤ ਹੋ ਗਈ। ਅਮਰੀਕਾ ਇਸ ਸਮੇਂ ਕੋਵਿਡ-19 ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਹੈ, ਪਰ ਇਹ ਜਿਹੜਾ ਕਰੋਨਾ ਦਾ ਕਹਿਰ ਹੈ ਇੱਥੇ ਅਜੇ ਵੀ ਲਗਾਤਾਰ ਜਾਰੀ ਹੈ, ਕਿਉਂਕਿ ਨਾ ਤੇ ਜੋ ਰੋਜ਼ਾਨਾ ਮਾਮਲੇ ਸਾਹਮਣੇ ਆ ਰਹੇ ਨੇ ਉਹੀ ਘੱਟ ਹੋਏ ਨੇ ਤੇ ਨਾ ਹੀ ਮੌਤਾਂ ਦੀ ਗਿਣਤੀ ਦੇ ਵਿੱਚ ਕਿਸੇ ਤਰ੍ਹਾਂ ਦੀ ਗਿਰਾਵਟ ਦੇਖੀ ਜਾ ਰਹੀ ਹੈ। 3 ਲੱਖ ਤੋਂ ਪਾਰ ਦਾ ਅੰਕੜਾ ਇੱਥੇ ਮੌਤਾਂ ਦਾ ਹੋ ਚੁੱਕਿਆ ਹੈ। ਹਾਲ ਹੀ ਦੇ ਵਿੱਚ ਅਸੀਂ ਚਰਚਾ ਕੀਤੀ ਸੀ ਕਿ 2 ਲੱਖ ਤੋਂ ਪਾਰ ਅੰਕੜਾ ਹੋਇਆ। ਕੁਝ ਹੀ ਸਮੇਂ ਬਾਅਦ ਇਹ ਅੰਕੜਾ ਜਿਹੜਾ ਹੈ ਅੱਗੇ ਵਧਦਾ ਹੋਇਆ ਨਜ਼ਰ ਆ ਰਿਹਾ ਹੈ। ਅਮਰੀਕਾ ਦੇ ਵਿੱਚ ਕੋਵਿਡ-19 ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਮੌਤਾਂ ਦਾ ਅੰਕੜਾ ਦਿਨੋ-ਦਿਨ ਵਧਦਾ ਹੀ ਜਾ ਰਿਹਾ ਹੈ। ਦੁਨੀਆ ਦੇ ਵਿੱਚ ਕੋਵਿਡ-19 ਦੇ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਅਮਰੀਕਾ ਹੈ। ਵਾਇਰਸ ਦੀ ਲਪੇਟ ਵਿੱਚ ਆ ਕੇ ਮਰਨ ਵਾਲਿਆਂ ਦਾ ਅੰਕੜਾ 3 ਲੱਖ ਤੋਂ ਪਾਰ ਪਹੁੰਚ ਗਿਆ ਹੈ। ਵਰਲਡ ਦੇ ਕਿਸੇ ਵੀ ਹੋਰ ਦੇਸ਼ ਵਿੱਚ ਕਰੋਨਾ ਇੰਨੀ ਵੱਡੀ ਗਿਣਤੀ ਦੇ ਵਿੱਚ ਨਹੀਂ ਫੈਲਿਆ ਤੇ ਨਾ ਹੀ ਇੰਨੀਆਂ ਜ਼ਿਆਦਾ ਮੌਤਾਂ ਹੋਈਆਂ ਹਨ। ਅਮਰੀਕਾ ਦੇ ਵਿੱਚ ਹੁਣ ਤੱਕ 1 ਕਰੋੜ 63 ਲੱਖ ਤੋਂ ਜ਼ਿਆਦਾ ਕਰੋਨਾ ਪੋਜ਼ਿਟਿਵ ਸਾਹਮਣੇ ਆ ਚੁੱਕੇ ਹਨ। ਅਮਰੀਕਾ ਦੇ ਵਿੱਚ ਪੈਂਡੇਮਿਕ ਦੀ ਸਥਿਤੀ ਵਿਚਕਾਰ ਸੋਮਵਾਰ ਤੋਂ ਵੈਕਸੀਨੇਸ਼ਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਸਿਹਤ ਕਰਮਚਾਰੀਆਂ ਤੇ ਨਰਸਾਂ ਨੂੰ ਪਹਿਲ ਦੇ ਆਧਾਰ ਦੇ ਉੱਪਰ ਵੈਕਸੀਨ ਦਿੱਤਾ ਜਾ ਰਿਹਾ ਹੈ, ਪਰ ਜੋ ਅੰਕੜੇ ਅਜੇ ਵੀ ਸਾਹਮਣੇ ਆ ਰਹੇ ਹਨ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਸਥਿਤੀ ਇੰਨੀ ਛੇਤੀ ਸੁਧਰਨ ਵਾਲੀ ਨਹੀਂ ਹੈ। ਕੋਵਿਡ-19 ਦੀ ਸੈਕੰਡ ਵੇਵ ਦੀ ਲਪੇਟ ਵਿੱਚ ਆਏ ਅਮਰੀਕਾ 'ਚ ਪਿਛਲੇ ਹਫ਼ਤੇ ਰੋਜ਼ਾਨਾ ਕਰੀਬ 2400 ਪੀੜਤਾਂ ਦੀ ਮੌਤ ਹੋਈ। ਇਸ ਦੌਰਾਨ ਹਰ ਰੋਜ਼ 2,10,000 ਤੋਂ ਜ਼ਿਆਦਾ ਕਰੋਨਾ ਪੋਜ਼ਿਟਿਵ ਮਰੀਜ਼ ਸਾਹਮਣੇ ਆਏ। ਹਾਲਾਂਕਿ ਇਸ ਵਾਇਰਸ ਨੂੰ ਖਤਮ ਕਰਨ ਦੇ ਲਈ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਗਈ। ਇਹ ਸ਼ੁਰੂਆਤ ਨਿਊਯਾਰਕ ਤੋਂ ਹੋਈ ਹੈ, ਜਿੱਥੇ ਇੱਕ ਨਰਸ ਨੂੰ ਪਹਿਲਾਂ ਟੀਕਾ ਦਿੱਤਾ ਗਿਆ। ਜਾਣਕਾਰੀ ਅਨੁਸਾਰ ਫਾਈਜ਼ਰ ਵੈਕਸੀਨ ਦੀਆਂ ਪਹਿਲੀਆਂ 30 ਲੱਖ ਖੁਰਾਕਾਂ ਸਿਹਤ ਕਰਮਚਾਰੀਆਂ ਨੂੰ ਦਿੱਤੀਆਂ ਜਾਣਗੀਆਂ। ਦੇਸ਼ ਭਰ ਦੇ ਸੈਂਕੜੇ ਹਸਪਤਾਲਾਂ ਦੇ ਸਿਹਤ ਕਰਮਚਾਰੀਆਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ। ਨਾਸਾ ਵੱਲੋਂ ਆਪਣੇ ਮਿਸ਼ਨ ਦੇ ਵਿੱਚ ਇੱਕ ਭਾਰਤੀ ਦੀ ਵੀ ਚੋਣ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ 2021 ਦੇ ਵਿੱਚ ਇਸ ਮਿਸ਼ਨ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ, ਜਾਣੀ ਕਿ ਇਸ ਨੂੰ ਲਾਂਚ ਕੀਤਾ ਜਾ ਸਕਦਾ ਹੈ। 3 ਜਾਣਿਆਂ ਨੂੰ ਇਸ ਦੇ ਲਈ ਚੁਣਿਆ ਗਿਆ ਹੈ, ਚੌਥੇ ਨੂੰ ਅਜੇ ਚੁਣਿਆ ਜਾਣਾ ਹੈ। ਨਾਸਾ ਮਿਸ਼ਨ ਦੇ ਲਈ ਭਾਰਤੀ ਦੀ ਵੀ ਚੋਣ ਕੀਤੀ ਗਈ ਹੈ। SpaceX Crew 3 ਮਿਸ਼ਨ ਦੇ ਲਈ ਇਹ ਚੋਣ ਕੀਤੀ ਗਈ ਹੈ। ਜੀ ਹਾਂ, ਨੈਸ਼ਨਲ ਐਰੋਨੌਟਿਕ ਐਂਡ ਸਪੇਸ ਐਡਮਿਨਿਸਟ੍ਰੇਸ਼ਨ ਅਤੇ ਯੂਰਪੀਅਨ ਸਪੇਸ ਏਜੰਸੀ ਨੇ ਨਾਸਾ ਦੇ SpaceX Crew 3 ਮਿਸ਼ਨ ਦੇ ਲਈ ਭਾਰਤੀ ਮੂਲ ਦੇ ਅਮਰੀਕੀ ਸਮੇਤ 3 ਪੁਲਾੜ ਯਾਤਰੀਆਂ ਦੀ ਚੋਣ ਕੀਤੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਮਿਸ਼ਨ ਸਾਲ 2021 ਦੇ ਵਿੱਚ ਲਾਂਚ ਕੀਤਾ ਜਾਵੇਗਾ। 3 ਐਸਟਰੋਨੌਟਸ ਦੇ ਵਿੱਚ ਸ਼ਾਮਿਲ ਕੀਤੇ ਗਏ ਰਾਜਾਚਾਰੀ ਅਮਰੀਕੀ ਹਵਾਈ ਫੌਜ ਦੇ ਵਿੱਚ ਕਰਨਲ ਹਨ। ਉਧਰ ਟੌਮ ਮਾਰਸ਼ਲ ਮਿਸ਼ਨ ਦੇ ਕਮਾਂਡਰ ਅਤੇ ਪਾਇਲਟ ਵਜੋਂ ਕੰਮ ਕਰਨਗੇ। ਯੂਰਪੀਅਨ ਸਪੇਸ ਏਜੰਸੀ ਦੇ ਨਾਲ ਸੰਬੰਧ ਰੱਖਣ ਵਾਲੇ ਤੀਜੇ ਪੁਲਾੜ ਯਾਤਰੀ ਮੈਥਿਅਸ ਮੌਰਰ ਇੱਕ ਮਿਸ਼ਨ ਮਾਹਿਰ ਵਜੋਂ ਕੰਮ ਕਰਨਗੇ। ਰਿਵਿਊ ਪਿੱਛੋਂ ਮਿਸ਼ਨ ਦੇ ਵਿੱਚ ਚੌਥੇ ਕਰੂ ਮੈਂਬਰ ਨੂੰ ਸ਼ਾਮਿਲ ਕੀਤਾ ਜਾਵੇਗਾ। ਦੱਸ ਦਈਏ ਕਿ ਰਾਜਾਚਾਰੀ ਦੀ ਇਹ ਪਹਿਲੀ ਪੁਲਾੜ ਯਾਤਰਾ ਹੋਵੇਗੀ। ਉਹ ਸਾਲ 2017 ਦੇ ਵਿੱਚ ਨਾਸਾ ਦੇ ਐਸਟਰੋਨੌਟ ਬਣੇ ਸਨ। ਚਾਰੀ ਦਾ ਜਨਮ ਮਿਲਵਾਕੀ ਦੇ ਵਿੱਚ ਹੋਇਆ ਸੀ, ਪਰੰਤੂ ਉਹਨਾਂ ਦਾ ਹੋਮ ਟਾਊਨ ਆਇਓਵਾ ਮੰਨਿਆ ਜਾਂਦਾ ਹੈ। ਅਮਰੀਕੀ ਹਵਾਈ ਫੌਜ ਦੇ ਵਿੱਚ ਬਤੌਰ ਕਰਨਲ ਤਾਇਨਾਤ ਰਾਜਾਚਾਰੀ ਨੂੰ ਟ੍ਰਾਇਲ ਉਡਾਨ ਦਾ ਕਾਫੀ ਐਕਸਪੀਰੀਅੰਸ ਹੈ। ਉਹਨਾਂ ਨੂੰ 2500 ਘੰਟੇ ਤੋਂ ਵੱਧ ਉਡਾਨ ਦਾ ਅਨੁਭਵ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਭਵਿੱਖ ਦੇ ਵਿੱਚ ਚੰਦਰਮਾ ਮਿਸ਼ਨ ਦੇ ਵਿੱਚ ਵੀ ਚਾਰੀ ਕੰਮ ਕਰਨਗੇ। ਅਮਰੀਕਾ ਦੇ ਅਟਾਰਨੀ ਜਨਰਲ ਵੱਲੋਂ ਅਸਤੀਫਾ ਦਿੱਤਾ ਗਿਆ ਹੈ। ਹੁਣ ਉਹਨਾਂ ਦੀ ਥਾਂ ਦੇ ਉੱਪਰ ਨਵੇਂ ਕਾਰਜਕਾਰੀ ਅਟਾਰਨੀ ਜਨਰਲ ਨੂੰ ਟਰੰਪ ਵੱਲੋਂ ਅਪਾਇੰਟ ਕੀਤਾ ਗਿਆ ਹੈ। ਸੋ ਕਿਹਨਾਂ ਨੂੰ ਇਸ ਅਹੁਦੇ ਦੇ ਉੱਪਰ ਲਗਾਇਆ ਗਿਆ ਹੈ, ਉਹਨਾਂ ਦਾ ਨਾਮ ਜਿਹੜਾ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਸਾਂਝਾ ਕਰਾਂਗੇ। ਦੱਸ ਦਈਏ ਕਿ ਅਟਾਰਨੀ ਜਨਰਲ ਕ੍ਰਿਸਮਸ ਤੋਂ ਪਹਿਲਾਂ ਹੀ ਆਪਣਾ ਅਹੁਦਾ ਛੱਡ ਸਕਦੇ ਹਨ ਤੇ ਉਹਨਾਂ ਵੱਲੋਂ ਆਪਣਾ ਰੈਜ਼ਿਗਨੇਸ਼ਨ ਲੈਟਰ ਸਾਂਝਾ ਕੀਤਾ ਗਿਆ, ਜਿਸ ਨੂੰ ਟਵੀਟ ਕੀਤਾ ਹੈ ਡੋਨਲਡ ਟਰੰਪ ਨੇ। ਅਮਰੀਕਾ ਦੇ ਅਟਾਰਨੀ ਜਨਰਲ ਵਿਲੀਅਮ ਬਾਰ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਡਿਪਟੀ ਅਟਾਰਨੀ ਜਨਰਲ ਜੈਫ ਰੋਜ਼ੇਨ ਨੂੰ ਕਾਰਜਕਾਰੀ ਅਟਾਰਨੀ ਜਨਰਲ ਨਿਯੁਕਤ ਕੀਤਾ ਹੈ। ਦੱਸ ਦਈਏ ਕਿ ਵਿਲੀਅਮ ਬਾਰ ਉਹੀ ਵਿਅਕਤੀ ਹਨ ਜਿਨ੍ਹਾਂ ਨੇ
ਅਮਰੀਕਾ ਦੇ ਵਿੱਚ 3 ਨਵੰਬਰ ਨੂੰ ਹੋਈਆਂ ਚੋਣਾਂ ਵਿੱਚ ਟਰੰਪ ਦੇ ਹੇਰਾਫੇਰੀ ਦੇ ਦੋਸ਼ਾਂ ਦੇ ਨਾਲ ਅਸਹਿਮਤੀ ਪ੍ਰਗਟਾਈ ਸੀ। ਇਹ ਜਾਣਕਾਰੀ ਡੋਨਾਲਡ ਟਰੰਪ ਨੇ ਟਵੀਟ ਰਾਹੀਂ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਲਿਖਿਆ ਕਿ ਵਾਈਟ ਹਾਊਸ ਦੇ ਵਿੱਚ ਅਟਾਰਨੀ ਜਨਰਲ ਬਾਰ ਦੇ ਨਾਲ ਸ਼ਾਨਦਾਰ ਬੈਠਕ ਹੋਈ। ਸਾਡੇ ਬਹੁਤ ਚੰਗੇ ਸੰਬੰਧ ਹਨ। ਉਹਨਾਂ ਨੇ ਸ਼ਾਨਦਾਰ ਕੰਮ ਕੀਤਾ। ਰੈਜ਼ਿਗਨੇਸ਼ਨ ਲੈਟਰ ਦੇ ਮੁਤਾਬਕ ਬਾਰ ਆਪਣੇ ਪਰਿਵਾਰ ਦੇ ਨਾਲ ਛੁੱਟੀਆਂ ਮਨਾਉਣ ਦੇ ਲਈ ਕ੍ਰਿਸਮਸ ਤੋਂ ਪਹਿਲਾਂ ਅਹੁਦਾ ਛੱਡ ਦੇਣਗੇ। ਟਰੰਪ ਨੇ ਕਿਹਾ ਕਿ ਬੇहद ਕਾਬਿਲ ਵਿਅਕਤੀ ਡਿਪਟੀ ਅਟਾਰਨੀ ਜਨਰਲ ਜੈਫ ਐਗਜ਼ੀਕਿਊਟਿਵ ਅਟਾਰਨੀ ਜਨਰਲ ਹੋਣਗੇ। ਟਰੰਪ ਨੇ ਰੈਜ਼ਿਗਨੇਸ਼ਨ ਲੈਟਰ ਦੀ ਤਸਵੀਰ ਵੀ ਟਵੀਟ ਕੀਤੀ ਹੈ। ਬਾਰ ਨੇ ਆਪਣੇ ਰੈਜ਼ਿਗਨੇਸ਼ਨ ਲੈਟਰ ਦੇ ਵਿੱਚ ਲਿਖਿਆ, ਅਗਲੇ ਹਫ਼ਤੇ ਮੈਂ ਕੁਝ ਬਚੇ ਹੋਏ ਕੰਮਾਂ ਨੂੰ ਪੂਰਾ ਕਰਾਂਗਾ। ਇਸ ਪਿੱਛੋਂ 23 ਦਸੰਬਰ ਨੂੰ ਅਹੁਦਾ ਛੱਡ ਦੇਵਾਂਗਾ। ਉਹਨਾਂ ਲਿਖਿਆ ਕਿ ਮੈਂ ਬੇहद ਧੰਨਵਾਦੀ ਹਾਂ ਕਿ ਮੈਨੂੰ ਅਟਾਰਨੀ ਜਨਰਲ ਵਜੋਂ ਤੁਹਾਡੇ ਪ੍ਰਸ਼ਾਸਨ ਦੇ ਵਿੱਚ ਕੰਮ ਕਰਨ ਅਤੇ ਅਮਰੀਕੀ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਡੈਮੋਕ੍ਰੈਟਿਕ ਪਾਰਟੀ ਦੇ ਨਾਲ ਸੰਬੰਧ ਰੱਖਣ ਵਾਲੇ ਐਮਪੀ ਡੇਵਿਡ ਨੇ ਬਾਰ ਤੇ ਦੋਸ਼ ਲਗਾਇਆ ਹੈ ਕਿ ਉਹਨਾਂ ਨੇ ਡੈਮੋਕ੍ਰੇਸੀ ਨੂੰ ਬਹੁਤ ਨੁਕਸਾਨ ਪਹੁੰਚਾਇਆ ਅਤੇ ਉਹਨਾਂ ਦੀ ਕਮੀ ਨਹੀਂ ਰੜਕੇਗੀ। ਸਦਨ ਦੇ ਵਿੱਚ ਫੌਜੀ ਸੇਵਾ ਕਮੇਟੀ ਦੇ ਚੇਅਰਮੈਨ ਐਮਪੀ ਐਡਮ ਸ਼ਿਫ ਨੇ ਕਿਹਾ ਕਿ ਬਾਰ ਨੇ ਟਰੰਪ ਦੇ ਚੋਣ ਪ੍ਰਚਾਰ ਦੌਰਾਨ ਝੂਠ ਬੋਲਿਆ। ਕੈਨੇਡਾ ਨੂੰ ਆਪਣੇ ਕੋਵਿਡ-19 ਵੈਕਸੀਨੇਸ਼ਨ ਦਾ ਪਹਿਲਾ ਬੈਚ ਮਿਲ ਚੁੱਕਾ ਹੈ। ਪ੍ਰੋਵਿੰਸਸ ਨੂੰ ਵੀ ਇਸ ਦੀ ਸ਼ਿਪਮੈਂਟ ਦੇ ਦਿੱਤੀ ਗਈ ਹੈ। ਨੋਵਾ ਸਕੋਟੀਆ ਦੇ ਵਿੱਚ ਵੀ ਅੱਜ ਕੋਵਿਡ-19 ਪਹਿਲਾ ਵੈਕਸੀਨ ਲਗਾਇਆ ਗਿਆ ਹੈ। ਦੱਸਦੀਏ ਕਿ ਹੈਲਥ ਕੇਅਰ ਵਰਕਰਸ ਨੂੰ ਪਹਿਲ ਦੇ ਆਧਾਰ ਦੇ ਉੱਪਰ ਇਹ ਟੀਕਾ ਦਿੱਤਾ ਜਾ ਰਿਹਾ ਹੈ। ਉਸ ਤੋਂ ਬਾਅਦ ਹੌਲੀ-ਹੌਲੀ ਜਿਸ ਤਰ੍ਹਾਂ ਇਸ ਦੀ ਹੋਰ ਸ਼ਿਪਮੈਂਟ ਆਏਗੀ, ਆਮ ਲੋਕਾਂ ਤੱਕ ਇਸ ਨੂੰ ਪਹੁੰਚਾਇਆ ਜਾਵੇਗਾ। ਸੋ ਜਾਣਕਾਰੀ ਤੁਹਾਨੂੰ ਇਸ ਖਬਰ ਦੇ ਵਿੱਚ ਸਾਂਝੀ ਕਰਾਂਗੇ ਕਿ ਆਖਿਰ ਕਿਸ ਨੂੰ ਇਹ ਪਹਿਲਾ ਕੋਵਿਡ-19 ਦਾ ਟੀਕਾ ਲਗਾਇਆ ਗਿਆ ਹੈ। ਨਾਲ ਹੀ ਦੱਸਦੀਏ ਕਿ ਅੱਜ ਵੀ ਕੈਨੇਡਾ ਦੇ ਕਈ ਹਿੱਸਿਆਂ ਦੇ ਵਿੱਚ ਜੋ ਇਹ ਟੀਕਾਕਰਨ ਹੈ ਕੀਤਾ ਜਾਵੇਗਾ। ਨੋਵਾ ਸਕੋਟੀਆ ਦੇ ਵਿੱਚ ਪਹਿਲਾ ਕੋਵਿਡ-19 ਵੈਕਸੀਨ ਲਗਾਇਆ ਗਿਆ ਹੈ। ਇਹ ਪਹਿਲਾ ਟੀਕਾ ਰਜਿਸਟਰਡ ਨਰਸ ਨੂੰ ਦਿੱਤਾ ਗਿਆ। ਇਸ ਨਰਸ ਦਾ ਨਾਮ ਡੈਨੀਅਲ ਸ਼ੇਵਸ ਹੈ। ਪ੍ਰੋਵਿੰਸ਼ੀਅਲ ਹੈਲਥ ਆਫੀਸ਼ੀਅਲ ਵੱਲੋਂ ਇਸ ਮੌਕੇ ਦੇ ਉੱਪਰ ਆਪਣੀ ਗੱਲ ਸਾਂਝੀ ਕੀਤੀ ਗਈ। ਹੈਲੀਫੈਕਸ ਦੇ ਵਿੱਚ 350 ਕੋਵਿਡ ਡੋਜ਼ਸ ਫਰੰਟਲਾਈਨ ਹੈਲਥ ਵਰਕਰਸ ਨੂੰ ਦਿੱਤੀਆਂ ਜਾਣਗੀਆਂ। ਡਲਹੌਜ਼ੀ ਯੂਨੀਵਰਸਿਟੀ ਕੈਂਪਸ ਦੇ ਵਿੱਚ ਟੀਕੇ ਨੂੰ ਸਟੋਰ ਕਰਕੇ ਰੱਖਿਆ ਜਾਵੇਗਾ। ਵੈਕਸੀਨ ਦਿੱਤੇ ਜਾਣ ਬਾਅਦ ਨਰਸ ਤੋਂ ਵੀ ਪੁੱਛਿਆ ਗਿਆ ਕਿ ਉਸ ਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੈ ਤੇ ਉਸਨੇ ਕਿਹਾ ਕਿ ਉਹ ਐਕਸਾਈਟਿਡ ਵੀ ਹੈ ਤੇ ਗ੍ਰੇਟਫੁਲ ਵੀ। ਡਾਕਟਰ ਸਟੀਫਨ ਮਿਲਰ ਨੂੰ ਵੀ ਕੋਵਿਡ ਸ਼ਾਟਸ ਲਗਾਏ ਗਏ ਹਨ। ਅੱਜ ਪ੍ਰਿੰਸ ਐਡਵਰਡ ਆਈਲੈਂਡ ਅਤੇ ਨਿਊ ਫਾਊਂਡਲੈਂਡ ਐਂਡ ਲੈਬਰੇਡਰ ਦੇ ਵਿੱਚ ਵੀ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਜਾਵੇਗੀ। ਹਰ ਪ੍ਰੋਵਿੰਸ ਨੂੰ 1950 ਡੋਜ਼ਸ ਦੀ ਸ਼ਿਪਮੈਂਟ ਦਿੱਤੀ ਗਈ ਹੈ। ਪਹਿਲਾਂ ਇਹ ਕੋਵਿਡ-19 ਦੇ ਟੀਕੇ ਫਰੰਟਲਾਈਨ ਹੈਲਥ ਵਰਕਰਸ ਨੂੰ ਜੋ ਲੌਂਗ ਟਰਮ ਹੈਲਥ ਕੇਅਰ ਸੈਂਟਰਸ ਦੇ ਵਿੱਚ ਕੰਮ ਕਰਦੇ ਹਨ ਉਹਨਾਂ ਨੂੰ ਲਗਾਏ ਜਾਣਗੇ। ਦੱਸਦੀਏ ਕਿ ਹੈਲਥ ਕੈਨੇਡਾ ਵੱਲੋਂ ਕੋਵਿਡ ਵੈਕਸੀਨ ਨੂੰ ਅਪਰੂਵਲ ਦਿੱਤੇ ਜਾਣ ਤੋਂ ਬਾਅਦ ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਗਈ, ਜਿਸ ਦੇ ਤਹਿਤ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕੋਵਿਡ-19 ਟੀਕਾ ਲਗਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਅਜਿਹੇ ਦੇ ਵਿੱਚ ਇਹ ਪਹਿਲਾਂ ਫਰੰਟਲਾਈਨ ਵਰਕਰਸ ਨੂੰ ਲਗਾਇਆ ਜਾਵੇਗਾ, ਜਿਸ ਤੋਂ ਬਾਅਦ ਹੌਲੀ-ਹੌਲੀ ਆਮ ਨਾਗਰਿਕਾਂ ਨੂੰ ਇਹ ਟੀਕਾ ਦਿੱਤਾ ਜਾਵੇਗਾ। ਦੱਸਦੀਏ ਕਿ ਕੈਨੇਡਾ ਦੇ ਵਿੱਚ ਫਾਈਜ਼ਰ ਦੇ ਟੀਕੇ ਨੂੰ ਮਨਜ਼ੂਰੀ ਦਿੱਤੀ ਗਈ ਹੈ, ਪਰ ਉਮੀਦ ਜਤਾਈ ਜਾ ਰਹੀ ਹੈ ਕਿ ਜਲਦ ਹੀ ਮਾਡਰਨਾ ਵੈਕਸੀਨ ਨੂੰ ਵੀ ਇੱਥੇ ਅਪਰੂਵਲ ਮਿਲ ਜਾਵੇਗੀ, ਕਿਉਂਕਿ ਹੈਲਥ ਕੈਨੇਡਾ ਇਸ ਨੂੰ ਅਜੇ ਰਿਵਿਊ ਕਰ ਰਿਹਾ ਹੈ ਤੇ ਇਸ ਹਫ਼ਤੇ ਦੇ ਅੰਦਰ ਉਹਨਾਂ ਵੱਲੋਂ ਆਪਣੀ ਰਿਪੋਰਟ ਪੇਸ਼ ਕੀਤੀ ਜਾ ਸਕਦੀ ਹੈ। ਜੇਕਰ ਮਾਡਰਨਾ ਦਾ ਵੈਕਸੀਨ ਵੀ ਅਪਰੂਵ ਹੋ ਜਾਂਦਾ ਹੈ ਤਾਂ ਕੈਨੇਡਾ ਨੂੰ ਜਲਦ ਹੀ ਆਪਣੀ ਕੋਵਿਡ-19 ਦੀ ਸੈਕਿੰਡ ਵੈਕਸੀਨ ਮਿਲ ਜਾਵੇਗੀ। ਕੈਨੇਡਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ 50 ਬੱਚੇ ਕਰੋਨਾ ਪੋਜ਼ਿਟਿਵ ਸੈਂਟਾ ਦੇ ਸੰਪਰਕ ਵਿੱਚ ਆਏ ਹਨ। ਦਰਅਸਲ ਕ੍ਰਿਸਮਸ ਦਾ ਇੱਕ ਸਮਾਗਮ ਕਰਵਾਇਆ ਗਿਆ ਜਿੱਥੇ ਸੈਂਟਾ ਅਤੇ ਮਿਸਿਸ ਕਲੌਸ ਮੌਜੂਦ ਸਨ। ਬੱਚੇ ਇੱਥੇ ਆਏ, ਉਹਨਾਂ ਨੇ ਸੈਂਟਾ ਕਲੌਸ ਦੇ ਨਾਲ ਤਸਵੀਰਾਂ ਵੀ ਖਿਚਵਾਈਆਂ। ਉਸ ਤੋਂ ਬਾਅਦ ਜਦੋਂ ਦੋਹਾਂ ਦੀ ਰਿਪੋਰਟ ਸਾਹਮਣੇ ਆਈ ਤਾਂ ਉਹ ਦੋਨੋਂ ਕੋਵਿਡ ਪੋਜ਼ਿਟਿਵ ਪਾਏ ਗਏ। ਇਸ ਤੋਂ ਬਾਅਦ ਹੁਣ ਇਹ ਗੱਲ ਕਹੀ ਜਾ ਰਹੀ ਹੈ ਕਿ ਜੋ ਇਹਨਾਂ ਬੱਚਿਆਂ ਦੇ ਪੈਰੈਂਟਸ ਨੇ ਉਹ ਨਿਯਮਾਂ ਦੀ ਪਾਲਣਾ ਕਰਨ। ਬਾਕੀ ਤੁਹਾਨੂੰ ਜਾਣਕਾਰੀ ਦੇਵਾਂਗੇ ਇਸ ਖਬਰ ਦੇ ਵਿੱਚ। ਮਾਮਲਾ ਜਾਰਜੀਆ ਤੋਂ ਸਾਹਮਣੇ ਆਇਆ ਜਿੱਥੇ 50 ਬੱਚੇ ਕੋਵਿਡ ਪੋਜ਼ਿਟਿਵ ਸੈਂਟਾ ਕਲੌਸ ਦੇ ਸੰਪਰਕ ਦੇ ਵਿੱਚ ਆਏ। ਦਸੰਬਰ 10 ਨੂੰ ਇੱਕ ਕ੍ਰਿਸਮਸ ਫੈਸਟੀਵਲ ਹੋਇਆ ਸੀ ਜਿੱਥੇ ਇਹ ਸੈਂਟਾ ਕਲੌਸ ਸ਼ਾਮਿਲ ਹੋਇਆ ਸੀ। ਇਸ ਤੋਂ ਬਾਅਦ ਉਹਨਾਂ ਦਾ ਟੈਸਟ ਕੀਤਾ ਗਿਆ ਤੇ ਉਹਨਾਂ ਦੀ ਕਰੋਨਾ ਵਾਇਰਸ ਦੀ ਰਿਪੋਰਟ ਪੋਜ਼ਿਟਿਵ ਆਈ। ਦੱਸ ਦਈਏ ਕਿ ਈਵੈਂਟ ਦੇ ਵਿੱਚ ਬੱਚੇ ਸੈਂਟਾ ਨੂੰ ਮਿਲੇ ਅਤੇ ਫੋਟੋ ਵੀ ਖਿਚਵਾਈ। ਇਸ ਤੋਂ ਬਾਅਦ ਸੈਂਟਾ ਅਤੇ ਮਿਸਿਸ ਕਲੌਸ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆ ਗਈ। ਇਸ ਦੀ ਜਾਣਕਾਰੀ ਰਾਬਰਟ ਪਾਰਕਰ ਨੇ ਫੇਸਬੁੱਕ ਤੇ ਰਾਹੀਂ ਸਾਂਝੀ ਕੀਤੀ ਹੈ, ਜਿੱਥੇ ਉਹਨਾਂ ਨੇ ਲਿਖਿਆ ਕਿ ਇਸ ਇਵੈਂਟ ਦੇ ਵਿੱਚ 50 ਦੇ ਕਰੀਬ ਬੱਚਿਆਂ ਨੇ ਸੈਂਟਾ ਦੇ ਨਾਲ ਤਸਵੀਰਾਂ ਖਿਚਵਾਈਆਂ। ਪਾਰਕਰ ਨੇ ਬੱਚਿਆਂ ਦੇ ਪੈਰੈਂਟਸ ਨੂੰ ਅਪੀਲ ਕੀਤੀ ਹੈ ਕਿ ਗਾਈਡਲਾਈਨਸ ਦੀ ਪਾਲਣਾ ਕੀਤੀ ਜਾਵੇ। ਕਰੋਨਾ ਦੇ ਵਿੱਚ ਉਹਨਾਂ ਨੇ ਗੈਦਰਿੰਗ ਦੇ ਡਿਸੀਜਨ ਨੂੰ ਵੀ ਡਿਫੈਂਡ ਕੀਤਾ ਹੈ। ਉਹਨਾਂ ਨੇ ਕਿਹਾ ਕਿ ਉਹ ਕਾਫੀ ਸਮੇਂ ਤੋਂ ਸੈਂਟਾ ਅਤੇ ਮਿਸਿਸ ਕਲੌਸ ਨੂੰ ਜਾਣਦੇ ਹਨ ਅਤੇ ਉਹ ਕਿਸੇ ਦੀ ਜ਼ਿੰਦਗੀ ਨੂੰ ਖਤਰੇ ਦੇ ਵਿੱਚ ਨਹੀਂ ਪਾ ਸਕਦੇ।
ਦੱਸ ਦੇਈਏ ਕੈਨੇਡਾ ਦੇ ਵਿੱਚ ਅਜੇ ਵੀ ਕੋਵਿਡ-19 ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਵੈਕਸੀਨੇਸ਼ਨ ਮਿਲਣ ਤੋਂ ਬਾਅਦ ਇੱਕ ਉਮੀਦ ਜ਼ਰੂਰ ਜਾਗੀ ਹੈ, ਪਰ ਅਜਿਹੇ ਦੇ ਵਿੱਚ ਲਗਾਤਾਰ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਸੋਸ਼ਲ ਗੈਦਰਿੰਗ, ਫਿਜ਼ੀਕਲ ਡਿਸਟੈਂਸਿੰਗ ਦਾ ਖਾਸ ਤੌਰ ਦੇ ਉੱਪਰ ਖਿਆਲ ਰੱਖਿਆ ਜਾਵੇ, ਮਾਸਕ ਪਹਿਨਿਆ ਜਾਵੇ ਤੇ ਕੋਵਿਡ-19 ਦੀਆਂ ਸਾਰੀਆਂ ਗਾਈਡਲਾਈਨਸ ਨੂੰ ਮੰਨਿਆ ਜਾਵੇ ਤਾਂ ਕਿ ਤੁਸੀਂ ਆਪਣਾ ਬਚਾਅ ਕੋਵਿਡ-19 ਵਾਇਰਸ ਤੋਂ ਕਰ ਸਕੋ। ਕੈਨੇਡਾ ਦੇ ਵਿੱਚ ਲਗਾਤਾਰ ਅਜੇ ਵੀ ਕੋਵਿਡ ਕੇਸ ਸਾਹਮਣੇ ਆ ਰਹੇ ਹਨ। ਓਨਟਾਰੀਓ ਦੀ ਜੇਕਰ ਗੱਲ ਕਰੀਏ ਤਾਂ ਲਗਾਤਾਰ ਦੂਸਰਾ ਦਿਨ ਹੈ ਜਦੋਂ 2000 ਤੋਂ ਜ਼ਿਆਦਾ ਕੋਰੋਨਾ ਪੋਜ਼ਿਟਿਵ ਮਰੀਜ਼ ਸਾਹਮਣੇ ਆਏ ਹਨ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਨੂੰ ਦਵਾਂਗੇ ਕਿ ਆਖਿਰ ਕਿਸ ਹਿੱਸੇ ਤੋਂ ਕਿੰਨੇ ਮਰੀਜ਼ ਜਾਨੀ ਕਿ ਕੋਵਿਡ ਪੋਜ਼ਿਟਿਵ ਸਾਹਮਣੇ ਆਏ ਹਨ ਤੇ ਕੈਨੇਡਾ ਦੇ ਵਿੱਚ ਕੇਸਿਸ ਓਵਰਵਿਊ ਕੀ ਹੈ ਇਸ ਸਮੇਂ, ਉਹ ਤੁਹਾਨੂੰ ਦੱਸਾਂਗੇ ਇਸ ਖਬਰ ਦੇ ਵਿੱਚ। ਓਨਟਾਰੀਓ ਦੇ ਵਿੱਚ 24 ਘੰਟਿਆਂ ਦੌਰਾਨ 2139 ਨਵੇਂ ਕੋਵਿਡ ਕੇਸ ਅਤੇ ਨਾਲ ਦੀ ਨਾਲ 43 ਨਵੀਆਂ ਮੌਤਾਂ ਵੀ ਦਰਜ ਕੀਤੀਆਂ ਗਈਆਂ ਨੇ। ਇਹ ਲਗਾਤਾਰ ਓਨਟਾਰੀਓ ਦੇ ਵਿੱਚ ਦੂਸਰਾ ਦਿਨ ਹੈ ਜਦੋਂ 2000 ਤੋਂ ਪਾਰ ਕੋਵਿਡ-19 ਦੇ ਕੇਸ ਰਿਪੋਰਟ ਹੋਏ ਨੇ। ਟੋਰਾਂਟੋ ਤੋਂ 780, ਪੀਲ ਰੀਜਨ ਤੋਂ 528, ਯਾਰਕ ਰੀਜਨ ਤੋਂ 148, ਟੋਹਰਮ ਰੀਜਨ ਤੋਂ 143, ਵਿੰਡਸਰ ਐਸੈਕਸ ਤੋਂ 111 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਨਵੇਂ ਕੋਵਿਡ ਕੇਸਿਸ ਦੇ ਵਿੱਚੋਂ 123 ਸਕੂਲ ਰਿਲੇਟਡ ਮਾਮਲੇ ਹਨ, ਜਿਨ੍ਹਾਂ ਦੇ ਵਿੱਚੋਂ 188 ਸਟੂਡੈਂਟਸ ਅਤੇ 34 ਸਟਾਫ ਮੈਂਬਰ ਨੇ। ਹੁਣ ਤੱਕ ਇੱਥੇ 17084 ਦੇ ਕਰੀਬ ਕਨਫਰਮਡ ਐਕਟਿਵ ਇਨਫੈਕਸ਼ਨ ਕੇਸਿਸ ਨੇ। 39199 ਦੇ ਕਰੀਬ ਸੈਂਪਲ ਟੈਸਟ ਕੀਤੇ ਜਾ ਚੁੱਕੇ ਨੇ। 932 ਮਰੀਜ਼ ਇਸ ਸਮੇਂ ਹਸਪਤਾਲ ਦੇ ਵਿੱਚ ਨੇ, ਜਿਨ੍ਹਾਂ ਵਿੱਚੋਂ 256 ਇੰਟੈਂਸਿਵ ਕੇਅਰ ਅਧੀਨ ਹਨ, 157 ਵੈਂਟੀਲੇਟਰ ਦੇ ਉੱਪਰ ਨੇ। ਓਨਟਾਰੀਓ ਦੇ ਵਿੱਚ ਹੁਣ ਤੱਕ 4035 ਦੇ ਕਰੀਬ ਮੌਤਾਂ ਦਰਜ ਕੀਤੀਆਂ ਜਾ ਚੁੱਕੀਆਂ ਨੇ। ਕਿਊਬੈਕ ਤੋਂ 1897 ਨਵੇਂ ਕੋਵਿਡ ਕੇਸ ਸਾਹਮਣੇ ਆਏ ਨੇ ਤੇ ਇੱਥੇ 43 ਲੋਕਾਂ ਨੇ ਆਪਣੀ ਜਾਨ ਵੀ ਇਸ ਵਾਇਰਸ ਕਾਰਨ ਗਵਾਈ ਹੈ। ਦੱਸੀਏ ਕਿ ਕਿਊਬੈਕ ਦੇ ਵਿੱਚ ਵੀ ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। 17392 ਦੇ ਕਰੀਬ ਇੱਥੇ ਐਕਟਿਵ ਕੇਸਿਸ ਹਨ। 1,69,173 ਦੇ ਕਰੀਬ ਹੁਣ ਤੱਕ ਕੁੱਲ ਮਾਮਲੇ ਇੱਥੇ ਸਾਹਮਣੇ ਆ ਚੁੱਕੇ ਨੇ। 7613 ਦੇ ਕਰੀਬ ਲੋਕਾਂ ਦੀ ਇੱਥੇ ਇਸ ਵਾਇਰਸ ਕਾਰਨ ਹੁਣ ਤੱਕ ਜਾਨ ਜਾ ਚੁੱਕੀ ਹੈ। ਕਿਊਬੈਕ ਦੇ ਵਿੱਚ 975 ਲੋਕ ਇਸ ਸਮੇਂ ਹਸਪਤਾਲ ਦੇ ਵਿੱਚ ਨੇ, ਜਿਨ੍ਹਾਂ ਵਿੱਚੋਂ 128 ਇੰਟੈਂਸਿਵ ਕੇਅਰ ਅਧੀਨ ਹਨ। ਬੀਤੇ 24 ਘੰਟਿਆਂ ਦੇ ਦੌਰਾਨ 1274 ਲੋਕ ਰਿਕਵਰ ਵੀ ਹੋਏ ਨੇ। ਮੈਨੀਟੋਬਾ ਦੇ ਵਿੱਚ 292 ਨਵੇਂ ਕੋਵਿਡ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 15 ਲੋਕਾਂ ਦੀ ਮੌਤ ਵੀ ਇੱਥੇ ਦਰਜ ਕੀਤੀ ਗਈ ਹੈ। 404 ਮਰੀਜ਼ ਹਸਪਤਾਲ ਦੇ ਵਿੱਚ ਨੇ, ਜਿਨ੍ਹਾਂ ਵਿੱਚੋਂ 53 ਇੰਟੈਂਸਿਵ ਕੇਅਰ ਅਧੀਨ ਹਨ ਅਤੇ 35 ਮਰੀਜ਼ ਵੈਂਟੀਲੇਟਰ ਦੇ ਉੱਪਰ ਨੇ। ਕੈਨੇਡਾ ਅੰਦਰ 4,80,000 ਦੇ ਕਰੀਬ ਹੁਣ ਤੱਕ ਮਾਮਲੇ ਸਾਹਮਣੇ ਆ ਚੁੱਕੇ ਹਨ। 13,759 ਦੇ ਕਰੀਬ ਲੋਕਾਂ ਦੀ ਇਸ ਵਾਇਰਸ ਕਾਰਨ ਹੁਣ ਤੱਕ ਜਾਨ ਜਾ ਚੁੱਕੀ ਹੈ। 3,90,000 ਦੇ ਕਰੀਬ ਰਿਕਵਰਡ ਕੇਸਿਸ ਨੇ, ਜਾਣੀ ਕਿ ਜੋ ਮਰੀਜ਼ ਠੀਕ ਹੋ ਚੁੱਕੇ ਨੇ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਟਰੂਡੋ ਖੁਦ ਨਹੀਂ ਲਗਾਉਣਗੇ ਛੇਤੀ ਕੋਵਿਡ-19 ਟੀਕਾ, ਖੁਦ ਦੱਸੀ ਇਸ ਦੀ ਵਜ੍ਹਾ। ਹੈਮਿਲਟਨ ਦੇ ਵਿੱਚ ਲੱਗ ਸਕਦੀ ਹੈ ਤਾਲਾਬੰਦੀ, ਮੇਅਰ ਨੇ ਦਿੱਤਾ ਤਾਲਾਬੰਦੀ ਦਾ ਇਸ਼ਾਰਾ। ਜਾਂ ਬੱਚੇ ਆਏ ਕੋਵਿਡ ਪੋਜ਼ਿਟਿਵ, ਸੈਂਟਾ ਦੇ ਸੰਪਰਕ ਦੇ ਵਿੱਚ ਸਮਾਗਮ ਤੋਂ ਬਾਅਦ ਸੈਂਟਾ ਦੀ ਰਿਪੋਰਟ ਆਈ ਪੋਜ਼ਿਟਿਵ। ਓਨਟਾਰੀਓ ਦੇ ਵਿੱਚ ਕੱਢਿਆ ਗਿਆ ਨਵਾਂ ਡਰਾ, ਇਸ ਤਹਿਤ 668 ਨੂੰ ਦਿੱਤਾ ਗਿਆ ਸੱਦਾ। ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ ਦੱਸਾਂਗੇ ਕਿੱਥੋਂ ਆਏ ਕਿੰਨੇ ਕੋਵਿਡ-19 ਦੇ ਮਾਮਲੇ ਸਾਹਮਣੇ। ਨੋਵਾ ਸਕੋਟੀਆ ਦੇ ਵਿੱਚ ਲੱਗਿਆ ਪਹਿਲਾ ਟੀਕਾ, ਕੈਨੇਡਾ ਦੇ ਵਿੱਚ ਕਈ ਜਗ੍ਹਾ ਅੱਜ ਲੱਗਣਗੇ ਕੋਰੋਨਾ ਟੀਕੇ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।